ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮਸਲੇ 'ਤੇ ਸਿੱਖਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਬਹੁਤ ਦੇਰ ਪਹਿਲਾਂ 2015 ਦੇ ਵਿੱਚ ਮੈਂ ਇੱਕ ਆਰਟੀਕਲ ਲਿਖਿਆ ਸੀ ਜਿਹੜਾ ਅਖਬਾਰਾਂ ਵਿੱਚ ਵੀ ਛਪਿਆ, ਜਿਸ ਦਾ ਟਾਈਟਲ ਹੈ ਸਿੱਖ ਮਜ਼ਲੂਮ ਹੈ ਅਤੇ ਦੋਸ਼ੀ ਵੀ। ਮੈਂ ਰਿਪੀਟ ਕਰ ਰਿਹਾ ਦੁਬਾਰਾ ਤਾਂ ਕਿ ਜਿਹੜੇ ਸਰੋਤੇ ਆ ਉਸ ਨੂੰ ਚੰਗੀ ਤਰ੍ਹਾਂ ਸਮਝ ਲੈਣ, ਕਿਉਂਕਿ ਇਸ ਦੀ ਕੋਈ ਗਹਿਰਾਈ ਆ ਥੋੜ੍ਹੀ ਜਿਹੀ। ਸਿੱਖ ਮਜ਼ਲੂਮ ਹੈ ਅਤੇ ਦੋਸ਼ੀ ਵੀ। ਇਸ ਦਾ ਟਰਾਂਸਲੇਸ਼ਨ ਇੰਗਲਿਸ਼ ਦੇ ਵਿੱਚ ਇਹ ਹੈ, ਸਿੱਖ ਇਜ਼ ਏ ਵਿਕਟਮ ਐਂਡ ਐਨ ਅਕਿਊਜ਼ਡ। ਉਸ 'ਤੇ ਜ਼ੁਲਮ ਹੋ ਰਿਹਾ, ਉਸ 'ਤੇ ਅਤਿਆਚਾਰ ਹੋ ਰਿਹਾ, ਉਸ 'ਤੇ ਜੋ ਵੀ ਮਤਲਬ ਤਸ਼ੱਦਦ ਹੋ ਸਕਦਾ ਉਹ ਹੋ ਰਿਹਾ ਹਿੰਦੁਸਤਾਨ ਦੇ ਵਿੱਚ 1947 ਤੋਂ ਹੁਣ ਤੱਕ ਲਗਾਤਾਰ, ਔਰ ਉਸ ਨੂੰ ਦੋਸ਼ੀ ਵੀ ਕਰਾਰ ਦਿੱਤਾ ਜਾ ਰਿਹਾ। ਇੱਕ ਬੜੀ ਆਇਰਨੀ ਹੈ, ਇੱਕ ਬੜੀ ਟ੍ਰੈਜਡੀ ਆ ਸਿੱਖ ਕਮਿਊਨਿਟੀ ਦੀ। ਔਰ ਮੈਂ ਇਸ ਦੇ ਉੱਤੇ ਉਸ ਵੇਲੇ ਅੱਗੇ ਕਮੈਂਟ ਕੀਤਾ ਸੀ ਉਸੇ ਆਰਟੀਕਲ ਦੇ ਵਿੱਚ ਕਿ ਅੱਗੇ ਕੀ ਚੀਜ਼ ਹੈ ਇਸ ਦੀ। ਜੇ ਤੁਸੀਂ ਇਸ ਨੂੰ ਬਿਆਨ ਕਰਨਾ ਹੋਵੇ, ਮੈਂ ਉਸ ਨੂੰ ਥੋੜ੍ਹਾ ਪੜ੍ਹ ਕੇ ਮੈਂ ਆਰਟੀਕਲ ਫਿਰ ਆਪਣੀ ਕਿਤਾਬ ਦੇ ਵਿੱਚ ਪਾਇਆ। ਪੰਜਾਬੀ ਦੇ ਵਿੱਚ ਮੇਰੀ ਲਿਖੀ ਵੀ ਇੱਕੋ ਕਿਤਾਬ ਹੈ, ਪੰਜਾਬ ਦਾ ਸੰਤਾਪ 1947 ਤੋਂ ਲੈ ਕੇ 2015 ਤੱਕ। ਉਸ ਦੇ ਵਿੱਚ ਕੀ ਹੈ ਕਿ ਦੇਸ਼ ਦੇ ਬਟਵਾਰੇ 1947 ਤੋਂ ਹੁਣ ਤੱਕ ਸਿੱਖਾਂ ਦੇ ਹਾਲਾਤ ਦੀ ਥੋੜ੍ਹੇ ਸ਼ਬਦਾਂ ਵਿੱਚ ਵਿਆਖਿਆ ਕਰਨੀ ਹੋਵੇ ਤਾਂ ਉੱਪਰ ਲਿਖੇ ਸਿਰਲੇਖ ਵਿੱਚ ਹੀ ਲਿਖਿਆ ਜਾ ਸਕਦਾ ਹੈ। ਸਿੱਖਾਂ 'ਤੇ ਬੇਰਹਿਮ ਕਤਲੇਆਮ ਰੂਥਲੈਸ ਮੈਸੇਕਰ ਹੋਏ ਹਨ। ਇਸ ਤਰ੍ਹਾਂ ਦੇ ਸ਼ਾਇਦ ਹੀ ਕਿਸੇ ਮਨੁੱਖੀ ਅੱਖ ਨੇ ਕਦੇ ਵੇਖੇ ਹੋਣ, ਨਾ ਹੀ ਕਿਸੇ ਮਨੁੱਖੀ ਹਿਰਦੇ ਦੇ ਤਸੱਵਰ ਦੇ ਵਿੱਚ ਆਏ ਹੋਣਗੇ, ਅਤੇ ਸ਼ਾਇਦ ਹੀ ਕਿਸੇ ਮਨੁੱਖ ਦੀ ਜ਼ਬਾਨ ਬਿਆਨ ਕਰ ਸਕੀ ਹੋਵੇਗੀ। ਇਜ਼ ਅ ਟ੍ਰੈਜਡੀ ਆਫ ਸੌਰਟਸ, ਜਿਸ ਨੂੰ ਤੁਸੀਂ ਮਤਲਬ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਤੁਹਾਡੀ ਕਲਮ ਉਸ ਨੂੰ ਲਿਖ ਨਹੀਂ ਸਕਦੀ, ਤੁਹਾਡਾ ਤਸੱਵਰ ਉਸ ਨੂੰ ਕੈਪਚਰ ਨਹੀਂ ਕਰ ਸਕਦਾ। ਇਸ ਕਿਸਮ ਦੀ ਟ੍ਰੈਜਡੀ ਹੈ। ਹੁਣ ਇਸ ਟ੍ਰੈਜਡੀ ਨੂੰ ਅੱਜ ਦੇ ਸੰਦਰਭ ਦੇ ਵਿੱਚ ਜੇ ਦੇਖਣਾ ਹੋਵੇ, ਇਹ ਉਸੇ ਤਰੀਕੇ ਦੇ ਨਾਲ ਲਾਗੂ ਹੈ। ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ, ਪੰਜਾਬ ਦੇ ਉੱਤੇ ਇਸ ਕਿਸਮ ਦੀ ਨਵੀਂ ਸਰਕਾਰ ਜਿਹੜੀ ਆਮ ਪਾਰਟੀ ਕੇਜਰੀਵਾਲ ਸਾਹਿਬ ਦੀ ਸਰਕਾਰ ਆਈ ਹੈ, ਉਸ ਨੇ ਇੱਕ ਏਜੰਡਾ ਸੈੱਟ ਕਰ ਲਿਆ। ਦੇਖੋ ਆਇਰਨੀ ਕੀ ਹੈ ਇਹ ਸਾਰੀ ਸਿਚੁਏਸ਼ਨ ਦੀ, ਕਿ ਪੰਜਾਬ ਦੇ ਸਿੱਖਾਂ ਨੇ ਸਮੁੱਚੇ ਤੌਰ ਦੇ ਉੱਤੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ, ਕਿਉਂਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਕਾਂਗਰਸ ਦੇ ਅਤਿਆਚਾਰ ਜਿਹੜੇ ਸਿੱਖ ਕੌਮ ਦੇ ਉੱਤੇ ਹੋਏ ਆ, ਔਰ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ, ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ, ਨਹਿਰੂ ਤੋਂ ਲੈ ਕੇ ਮਤਲਬ ਹੁਣ ਤੱਕ, ਇੰਦਰਾ ਗਾਂਧੀ ਤੱਕ, ਉਹ ਸਾਰੀ ਚੀਜ਼ ਸਿੱਖਾਂ ਨੇ ਭੋਗੀ ਆ। ਔਰ ਉਸ ਸੰਦਰਭ ਦੇ ਵਿੱਚ ਸਿੱਖ ਕਿਸੇ ਵੀ ਕੀਮਤ ਦੇ ਉੱਤੇ ਕਾਂਗਰਸ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕਰਦੇ। ਉਸ ਤੋਂ ਇਲਾਵਾ ਬਾਦਲ ਅਕਾਲੀ ਦਲ, ਜਿਸ ਨੇ ਇੱਕ ਬਹੁਤ ਹੀ ਵਧੀਆ ਸਾਡੀ ਪਾਰਟੀ ਸੀ, ਇੱਕ ਬਹੁਤ ਬੜੀਆ ਇੰਸਟੀਟਿਊਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਦਾ, ਜਿਸ ਨੂੰ ਉਸਨੇ ਹੜੱਪ ਕਰਕੇ ਖ਼ਤਮ ਕਰਕੇ ਪੰਜਾਬੀ ਪਾਰਟੀ ਬਣਾ ਕੇ ਆਪਣੇ ਆਪ ਨੂੰ ਉਸ ਦੇ ਉੱਤੇ ਠੋਸ ਦਿੱਤਾ। ਔਰ ਫਿਰ ਉਸ ਨੇ ਸਾਰੀ ਦੀ ਸਾਰੀ ਜਿਹੜੀ ਸ਼ਕਤੀ ਸੀ ਉਸ ਪਾਰਟੀ ਦੀ, ਉਹ ਸਬਮਿਟ ਕਰ ਦਿੱਤੀ ਉਸ ਦੇ ਅੱਗੇ, ਬੀਜੇਪੀ ਦੇ ਅੱਗੇ। ਇੱਕ ਹਿੰਦੂਤਵਾਦੀ ਜਿਹੜੀ ਪਾਰਟੀ ਆ ਉਸ ਦੇ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ, ਅਤੇ ਬਹੁਤ ਖੁੱਲ੍ਹੇ ਢੰਗ ਦੇ ਨਾਲ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਤਾਂ ਆਮ ਆਦਮੀ ਪਾਰਟੀ ਦੇ ਨਾਲ ਜਨਮ ਦਾ ਰਿਸ਼ਤਾ ਹੈ, ਸਾਡਾ ਆਮ ਆਦਮੀ ਪਾਰਟੀ ਦੇ ਨਾਲ 9 ਮਾਸ ਦਾ ਰਿਸ਼ਤਾ ਹੈ, ਸਾਡਾ ਬੀਜੇਪੀ ਦੇ ਨਾਲ ਮਤਲਬ 9 ਮਾਸ ਦਾ ਰਿਸ਼ਤਾ, ਸਾਡਾ ਬੀਜੇਪੀ ਦੇ ਨਾਲ ਜਨਮ ਦਾ ਰਿਸ਼ਤਾ। ਅਖੀਰ ਦੇ ਵਿੱਚ ਮਤਲਬ ਬਹੁਤ ਹੀ ਜਾਨੀ ਘਟੀਆ ਮਤਲਬ ਘਿਨਾਉਣੀ ਗੱਲ ਕਹੀ ਕਿ ਸਾਡਾ ਬੀਜੇਪੀ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਹੈ। ਔਰ ਇਹ ਉਹਨਾਂ ਨੇ ਕਿਹਾ, ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਕਿ ਮੈਂ ਆਪਣੀ ਔਲਾਦ ਨੂੰ ਇਹ ਗੱਲ ਕਹਿ ਕੇ ਜਾਊਂਗਾ ਆਪਣੇ ਵਿਰਾਸਤ ਦੇ ਵਿੱਚ ਕਿ ਆਪਣੀ ਜ਼ਿੰਦਗੀ 'ਚ ਕਦੇ ਵੀ ਰਿਸ਼ਤਾ ਨਹੀਂ ਤੋੜਨਾ ਬੀਜੇਪੀ ਦੇ ਨਾਲੋਂ। ਤੋ ਇਸ ਕਿਸਮ ਦਾ ਕੰਪਲੀਟ ਸਰੈਂਡਰ ਦੇ ਬਾਵਜੂਦ ਵੀ
ਕੋਈ ਇੱਕ ਕੰਮ ਵੀ ਬਾਦਲ ਸਰਕਾਰ ਬੀਜੇਪੀ ਤੋਂ ਆਪਣੇ ਹੱਕ ਦੇ ਵਿੱਚ ਕਰਾ ਨਹੀਂ ਸਕੀ, ਜਿੰਨੇ ਉਸ ਰਿਲੇਸ਼ਨਸ਼ਿਪ ਦੇ ਵਿੱਚ ਇਸ ਤਰੀਕੇ ਦੇ ਨਾਲ ਉਸਨੇ ਸਰੈਂਡਰ ਕੀਤਾ। ਤੋ ਅੱਜ ਕੀ ਹੋਇਆ ਕਿ ਜਿਹੜੀ ਨਵੀਂ ਪਾਰਟੀ ਆਈ ਕੇਜਰੀਵਾਲ ਸਾਹਿਬ ਦੀ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕੇਜਰੀਵਾਲ ਨੇ, ਜਦੋਂ ਇਲੈਕਸ਼ਨਾਂ ਹਲੇ ਹੋਈਆਂ ਨਹੀਂ ਸੀ, ਇਲੈਕਸ਼ਨਾਂ ਤੋਂ ਪਹਿਲਾਂ, ਕਿ ਪੰਜਾਬ ਦੇ ਹਿੰਦੂ ਡਰੇ ਹੋਏ ਹੈ। ਇਹ ਬੜੀ ਖਤਰਨਾਕ ਕਿਸਮ ਦੀ ਸਟੇਟਮੈਂਟ ਸੀ। ਇਹ ਵੀ ਉਹਨਾਂ ਨੇ ਪਟਿਆਲੇ ਤੋਂ ਹੀ ਦਿੱਤੀ, ਪਟਿਆਲੇ ਸ਼ਹਿਰ ਤੋਂ ਦਿੱਤੀ, ਔਰ ਉੱਥੇ ਉਹਨਾਂ ਨੇ ਤਿਰੰਗਾ ਮਾਰਚ ਵੀ ਕੀਤਾ। ਤੋ ਇਹ ਇੱਕ ਗੱਲ ਰੀਅਲਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਹਿੰਦੂ ਸਿੱਖਾਂ ਤੋਂ ਡਰੇ ਹੋਏ ਹੈ। ਹੁਣ ਇਹ ਗੱਲ ਬੜੀ ਸਿੰਪਲ ਆ, ਸਿੱਖਾਂ ਦੀ ਕੀ ਔਕਾਤ ਹੈ, ਸਿੱਖਾਂ ਦੀ ਇਸ ਮੁਲਕ ਦੇ ਵਿੱਚ ਕਿਹੜੀ ਸ਼ਕਤੀ ਆ, ਸਿੱਖਾਂ ਦੀ ਕਿਹੜੀ ਤਾਕਤ ਹੈ। ਸਾਰੀ ਦੀ ਸਾਰੀ ਹਿੰਦੁਸਤਾਨ ਦੀ ਤਾਕਤ ਤਾਂ ਹਿੰਦੂਆਂ ਦੇ ਹੱਥ ਦੇ ਵਿੱਚ ਆ। ਕਿੱਡੀ ਬੜੀ ਸ਼ਕਤੀਸ਼ਾਲੀ ਫੌਜ, ਕਿੱਡੀ ਬੜੀ ਪੈਰਾਮਿਲਟਰੀ ਫੋਰਸਿਸ, ਕਿੱਡੀ ਬੜੀ ਪੁਲਿਸ ਸਾਰੇ ਮੁਲਕ ਦੀ, ਸਾਰੀ ਤਾਂ ਉਹ ਤਾਂ ਹਿੰਦੂਆਂ ਦੀ ਬੈਕ ਐਂਡ ਕਾਲ ਦੇ ਉੱਤੇ ਹੈ। ਤੋ ਸਿੱਖਾਂ ਦੇ ਤਾਂ ਪੱਲੇ ਕੱਖ ਵੀ ਨਹੀਂ ਹੈ, ਸਿੱਖ ਤਾਂ ਰਿਸੀਵਿੰਗ ਐਂਡ 'ਤੇ ਹੀ ਹੋ ਸਕਦੇ ਆ। ਤੋ ਇਸ ਕਿਸਮ ਦੀ ਬੜੀ ਸ਼ੈਤਾਨੀ ਵਾਲੀ ਸਟੇਟਮੈਂਟ ਕੇਜਰੀਵਾਲ ਸਾਹਿਬ ਨੇ ਦਿੱਤੀ। ਪਰ ਇੱਥੇ ਇੱਕ ਗੱਲ ਮੈਂ ਖਾਸ ਤੌਰ ਦੇ ਉੱਤੇ ਤੁਹਾਡੇ ਰਾਹੀਂ, ਤੁਹਾਡੇ ਸਰੋਤਿਆਂ ਰਾਹੀਂ ਕਨਵੇ ਕਰਨਾ ਚਾਹੁੰਦਾ ਕਿ ਪੰਜਾਬ ਦੇ ਸਿੱਖਾਂ ਨੇ ਸਮੁੱਚੇ ਤੌਰ ਦੇ ਉੱਤੇ ਵੋਟਾਂ ਆਮ ਪਾਰਟੀ ਨੂੰ ਪਾਈਆਂ, ਕਿਉਂਕਿ ਉਹਨਾਂ ਦੇ ਕੋਲ ਨਾ ਤਾਂ ਕਾਂਗਰਸ ਦਾ ਆਲਟਰਨੇਟਿਵ ਉਹਨਾਂ ਨੂੰ ਐਕਸੈਪਟੇਬਲ ਸੀ, ਨਾ ਬਾਦਲ ਦਾ। ਬਾਦਲ ਤੇ ਕਾਂਗਰਸ ਤੋਂ ਕਿਸੇ ਵੀ ਕੀਮਤ 'ਤੇ ਖਹਿੜਾ ਛਡਾਉਣਾ ਚਾਹੁੰਦੇ ਸੀ, ਲੇਕਿਨ ਪੰਜਾਬ ਦੇ ਹਿੰਦੂਆਂ ਨੇ ਬਾਈ ਐਂਡ ਲਾਰਜ ਜਿਹੜੀਆਂ ਵੋਟਾਂ ਪਾਈਆਂ ਉਹ ਬੀਜੇਪੀ ਨੂੰ ਪਾਈਆਂ। ਇਸੇ ਕਾਰਨ ਕਰਕੇ ਬੀਜੇਪੀ ਕਾਫੀ ਮਤਲਬ ਅਨਐਕਸਪੈਕਟਡਲੀ 4-5 ਸੀਟਾਂ ਪੰਜਾਬ ਦੇ ਵਿੱਚੋਂ ਜਿੱਤ ਕੇ ਆਈ, ਔਰ ਦੂਸਰੀ ਜਗ੍ਹਾ ਕਈ ਜਗ੍ਹਾ ਵੀ ਉਹਨਾਂ ਦੀ ਸੈਕੰਡ ਪੋਜੀਸ਼ਨ ਵੀ ਆਈ। ਪਰਸੈਂਟੇਜ ਆਫ ਵੋਟ ਉਹਨਾਂ ਦੀ ਵਧੀ ਹੈ ਪੰਜਾਬ ਦੇ ਵਿੱਚ। ਤੋ ਪਰ ਜਦੋਂ ਆਮ ਪਾਰਟੀ ਸਰਕਾਰ ਬਣੀ, ਉਸ ਸਰਕਾਰ ਨੇ ਡੇ 1 ਤੋਂ ਇੱਕ ਐਟੀਚਿਊਡ ਅਡਾਪਟ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ ਇਨਸਾਫ ਨਹੀਂ ਹੋ ਸਕਦਾ ਇਸ ਸਿਸਟਮ ਦੇ ਵਿੱਚ। ਪਹਿਲਾ ਜਿਹੜਾ ਟੈਸਟ ਸੀ, ਇਮੀਡੀਏਟਲੀ ਸਰਕਾਰ ਬਣਨ ਤੋਂ ਉਪਰੰਤ ਜਿਹੜੇ ਰਾਜ ਸਭਾ ਦੇ ਵਿੱਚ 5 ਸੀਟਾਂ ਨੋਮੀਨੇਟ ਕਰਨੀਆਂ ਸੀ, ਉਹ ਕੇਜਰੀਵਾਲ ਸਾਹਿਬ ਨੇ 5 ਦੀਆਂ 5 ਵਿੱਚੋਂ 4 ਤਾਂ ਸਿੱਧੇ ਤੌਰ 'ਤੇ ਹਿੰਦੂਆਂ ਦੀ ਝੋਲੀ 'ਚ ਪਾ ਦਿੱਤੀਆਂ। ਇੱਕ ਜਿਹੜੀ ਸੀਟ ਸੀ ਉਹ ਮਤਲਬ ਜਿਹੜਾ ਇਸ ਕਿਸਮ ਦੇ ਆਦਮੀ ਨੂੰ ਦਿੱਤੀ ਜਿਸ ਦਾ ਕੋਈ ਪੋਲੀਟੀਕਲ ਆਊਟਲੁੱਕ ਨਹੀਂ ਹੈ ਕਿ ਕਿਸੇ ਵੀ ਢੰਗ ਦੇ ਨਾਲ ਉਹ ਪੰਜਾਬ ਦੀ ਸਮੱਸਿਆ ਜਾਂ ਸਿੱਖਾਂ ਦੀ ਸਮੱਸਿਆ ਨੂੰ ਰਾਜ ਸਭਾ ਦੇ ਉੱਤੇ ਰੱਖ ਨਹੀਂ ਸਕਦਾ। ਅੱਜ ਸਮੱਸਿਆਵਾਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਉਹ ਘੱਟ ਗਿਣਤੀਆਂ ਦੀਆਂ। ਅੱਜ ਜਿਹੜੇ ਸੰਕਟ, ਤਕਲੀਫ ਜਾਂ ਦੁੱਖ ਜਾਂ ਜੋ ਕਿਸਮ ਦੀ ਡਿਸਕ੍ਰਿਮੀਨੇਸ਼ਨ ਜਿਹੜੀਆਂ ਘੱਟ ਗਿਣਤੀਆਂ ਸਫਰ ਕਰ ਰਹੀਆਂ, ਉਹ ਮੈਜੋਰਟੀ ਕਮਿਊਨਿਟੀ ਨਹੀਂ ਸਫਰ ਕਰ ਰਹੀ। ਤੋ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੋਂ ਕਿ ਜਿਹੜੇ ਬੰਦੇ ਤੁਸੀਂ ਨੋਮੀਨੇਟ ਕੀਤੇ, ਕੀ ਉਹ ਰਾਜ ਸਭਾ ਦੇ ਫਲੋਰ ਦੇ ਉੱਤੇ ਪੰਜਾਬ ਦਾ ਕੋਈ ਵੀ ਮੁੱਦਾ ਲੈ ਕੇ ਉਠਾ ਸਕਦੇ ਆ? ਹੁਣੇ SYL ਦੇ ਉੱਤੇ ਮੁੱਦਾ ਉੱਠਿਆ। ਇੱਕ ਮਿਸਟਰ ਗੁਪਤਾ ਜਿਹੜਾ ਰਾਜ ਸਭਾ ਦਾ ਮੈਂਬਰ ਆ ਹਰਿਆਣਾ ਦੇ ਵਿੱਚੋਂ, ਉਹ ਵੀ ਪੰਜਾਬ ਦੇ 18 ਜਿਹੜੇ MLA ਸੀ ਉਹਨਾਂ ਦੀ ਸਪੋਰਟ ਦੇ ਉੱਤੇ ਹੀ ਉੱਥੇ ਹਰਿਆਣੇ ਦੇ ਵਿੱਚ ਜਿੱਤ ਕੇ ਆਇਆ। ਤੋ ਉਸ ਦੇ ਬਾਵਜੂਦ ਵੀ ਪੰਜਾਬ ਦੇ ਸਿੱਖਾਂ ਦੇ ਨਾਲ ਜਿਹੜੀ ਨਵੀਂ ਭਗਵੰਤ ਮਾਨ ਦੀ ਸਰਕਾਰ, ਮੈਂ ਤਾਂ ਭਗਵੰਤ ਮਾਨ ਦੀ ਸਰਕਾਰ ਮੰਨਦਾ ਨਹੀਂ, ਸਰਕਾਰ ਤਾਂ ਕੇਜਰੀਵਾਲ ਦੀ ਹੈ। ਭਗਵੰਤ ਮਾਨ ਤਾਂ ਇੱਕ ਤਰੀਕੇ ਦੇ ਨਾਲ ਮੋਹਰੇ ਦੇ ਤੌਰ 'ਤੇ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ, ਔਰ ਉਹਦੀ ਇੱਕ ਸੈਟਲਡ ਪਾਲਿਸੀ ਹੈ ਕੇਜਰੀਵਾਲ ਦੀ ਕਿ ਸਿੱਖਾਂ ਨੂੰ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪ੍ਰੋਪਰ ਪੋਜੀਸ਼ਨ ਹੈ ਪੋਲੀਟੀਕਲ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਫਿਕਸ ਅਪ ਨਹੀਂ ਕਰਨਾ। ਜੇ ਕੋਈ ਸਮੱਸਿਆਵਾਂ ਹਨ ਤਾਂ ਸਿੱਖ ਕਮਿਊਨਿਟੀ ਦੀਆਂ ਹਨ। ਸਿੱਖ ਕਮਿਊਨਿਟੀ ਦੀ ਕੋਈ ਵੀ ਸਮੱਸਿਆ ਮੈਂ ਸਿੱਧੇ ਤੌਰ 'ਤੇ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੋਂ, 5 ਜਿਹੜੇ ਮੈਂਬਰ ਤੁਸੀਂ ਰਾਜ ਸਭਾ ਦੇ ਵਿੱਚ ਭੇਜੇ ਆ, ਕੀ ਉਹਨਾਂ ਦੇ ਵਿੱਚੋਂ ਕੋਈ ਇੱਕ ਮੈਂਬਰ ਵੀ ਜਿਹੜੀ ਪੰਜਾਬ ਦੀ ਸਿਚੁਏਸ਼ਨ ਆ ਉਸ ਨੂੰ ਸਮਝ ਕੇ, ਉਸ ਨੂੰ ਵਿਚਾਰ ਕੇ, ਉਸ ਦਾ ਉੱਥੇ ਜਾ ਕੇ ਉਸ ਪਲੇਟਫਾਰਮ ਨੂੰ ਇਸਤੇਮਾਲ ਕਰਕੇ ਉਸ ਨੂੰ ਪ੍ਰੋਜੈਕਟ ਕਰ ਸਕਦਾ? ਦੇਖੋ, ਬਹੁਤ ਸਾਲ ਪਹਿਲਾਂ ਤੰਦੂਲਕਰ ਦੀ ਨੋਮੀਨੇਸ਼ਨ ਆਈ ਰਾਜ ਸਭਾ ਦੇ ਵਿੱਚ,
ਔਰ ਤੰਦੂਲਕਰ ਜਿਹੜਾ ਬਹੁਤ ਵੱਡਾ ਪਲੇਅਰ ਸੀ, ਔਰ ਇਸੇ ਤਰੀਕੇ ਨਾਲ ਹਰਭਜਨ ਵੀ ਵੱਡਾ ਪਲੇਅਰ ਹੈ, ਲੇਕਿਨ ਤੰਦੂਲਕਰ ਨੇ ਕਦੇ ਮੂੰਹ ਰਾਜ ਸਭਾ ਦੇ ਵਿੱਚ ਖੋਲ੍ਹਿਆ ਹੀ ਨਹੀਂ। ਮੂੰਹ ਬੰਦ ਦਾ ਬੰਦ, ਰਿਟਾਇਰਮੈਂਟ ਆ ਗਈ, ਰਾਜ ਸਭਾ ਦੇ 6 ਸਾਲ ਪੂਰੇ ਕੀਤੇ, ਪੈਨਸ਼ਨ ਲਈ ਤੇ ਘਰੇ ਪਹੁੰਚ ਗਏ, ਪੱਤੇ ਲੈਂਦੇ ਰਹੇ। ਤੋ ਇਸ ਕਰਕੇ ਹਰਭਜਨ ਤੋਂ ਇਹ ਚੀਜ਼ ਐਕਸਪੈਕਟ ਕਰਨੀ ਕਿ ਉਹ ਪੰਜਾਬ ਦੀ ਸਮੱਸਿਆਵਾਂ ਨੂੰ, ਖਾਸ ਤੌਰ 'ਤੇ ਸਿੱਖਾਂ ਦੀਆਂ ਸਮੱਸਿਆਵਾਂ ਸਿੱਖਾਂ ਦੀਆਂ ਹਨ, ਸਮੱਸਿਆਵਾਂ ਸਿੱਖਾਂ ਕਰਕੇ ਪੰਜਾਬ ਦੀਆਂ ਹਨ, ਅਤੇ ਉਹਨਾਂ ਸਮੱਸਿਆਵਾਂ ਨੂੰ ਕੋਈ ਮਤਲਬ ਇਹਨਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕਿਸੇ ਬੰਦੇ ਨੇ ਅੱਜ ਤੱਕ ਮੂੰਹ ਨਹੀਂ ਖੋਲ੍ਹਿਆ। ਜਦ ਕਿ ਮਿਸਟਰ ਗੁਪਤਾ ਜਿਹੜਾ ਰਾਜ ਸਭਾ ਦਾ ਹਰਿਆਣੇ ਤੋਂ ਨੋਮੀਨੀ ਆ, ਉਸ ਨੇ ਖੁੱਲ੍ਹੇ ਤੌਰ ਦੇ ਉੱਤੇ ਮਤਲਬ SYL ਦੇ ਇਸ਼ੂ ਦੇ ਉੱਤੇ ਪੰਜਾਬ ਦੇ ਹੱਕ ਵਿੱਚ, ਪੰਜਾਬ ਦੇ ਖਿਲਾਫ ਔਰ ਹਰਿਆਣੇ ਦੇ ਹੱਕ ਦੇ ਵਿੱਚ ਮੂੰਹ ਖੋਲ੍ਹਿਆ, ਜਦ ਕਿ ਸਾਡੀ ਕੋਈ ਰਿਪਰੈਜ਼ੈਂਟੇਸ਼ਨ, ਸਾਡੀ ਕੋਈ ਆਵਾਜ਼ ਹੀ ਨਹੀਂ ਉੱਠ ਸਕੀ ਮਤਲਬ ਰਾਜ ਸਭਾ ਦੇ ਵਿੱਚ। ਤੋ ਇਸੇ ਤਰੀਕੇ ਦੇ ਨਾਲ ਹੁਣ ਜੋ ਵੀ ਕਦਮ ਪੁੱਟੇ ਜਾ ਰਿਹਾ, ਜੋ ਹੁਣ ਹਾਦਸਾ ਹੋਇਆ ਪਟਿਆਲੇ ਦੇ ਵਿੱਚ, ਬੜਾ ਦੁਖਦਾਈ ਹੈ, ਬੜਾ ਦੁਖਦਾਈ ਹੈ, ਬੜਾ ਤਕਲੀਫ ਦੇਣ ਵਾਲਾ ਹੈ। ਤੋ ਤੁਸੀਂ ਮਤਲਬ ਇੱਕ ਜਿਹੜਾ ਡਿਫੰਕਟ ਕਿਸਮ ਦੀ ਜਿਹੜੀ ਪਾਰਟੀ ਆ, ਆਰਗੇਨਾਈਜੇਸ਼ਨ ਆ, ਕਹੋ ਜੋ ਉਸ ਨੂੰ ਤੁਸੀਂ, ਕੋਈ ਪਾਰਟੀ ਦਾ ਨਾਂ ਲੈ ਲਓ, ਉਹ ਜਿਹੜਾ ਕੀ ਉਹਦਾ ਨਾਂ ਆ, ਜਿਹੜਾ ਸ਼ਿਵ ਸੈਨਾ ਦਾ, ਡਿਫੰਕਟ ਸ਼ਿਵ ਸੈਨਾ ਦਾ ਮਿਸਟਰ ਜਿਹੜਾ ਸਿੰਗਲਾ ਹੈ, ਜਿਹੜੀ ਕੋਈ ਪਾਰਟੀ ਐਗਜ਼ਿਸਟ ਨਹੀਂ ਕਰਦੀ, ਜਿਸ ਦੀ ਕੋਈ ਆਰਗੇਨਾਈਜੇਸ਼ਨ ਨਹੀਂ, ਜਿਸ ਦੀ ਕੋਈ ਜਥੇਬੰਦੀ ਨਹੀਂ, ਜਿਸ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ, ਉਹ ਖਾਮ-ਖਾ ਚੈਲੰਜ ਕਰ ਰਿਹਾ ਸਿੱਖਾਂ ਨੂੰ, ਉਹਨਾਂ ਦੇ ਇਮੋਸ਼ਨਸ ਅਤੇ ਸੈਂਟੀਮੈਂਟਸ ਨੂੰ ਇੱਕ ਤਰੀਕੇ ਨਾਲ ਮਤਲਬ ਇਸ ਤਰੀਕੇ ਨਾਲ ਮਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਜਿਹੜਾ ਖਾਲਿਸਤਾਨ ਦੇ ਉੱਤੇ ਐਲਾਨਨਾਮਾ ਹੋਇਆ, ਉਸ ਦਿਨ ਜਾ ਕੇ ਇੱਕ ਬੜਾ ਮੁਜ਼ਾਹਰਾ ਕਰਾਂਗਾ, ਔਰ ਉਸ ਦੇ ਉੱਤੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਕੰਡੈਮ ਕਰ ਸਕਦਾ ਉਸ ਤਰੀਕੇ ਦੇ ਨਾਲ ਕਰੂੰਗਾ। ਉਸ ਦਾ ਕੁਦਰਤੀ ਤੌਰ 'ਤੇ ਰਿਐਕਸ਼ਨ ਹੋਣਾ, ਐਕਸ਼ਨ ਐਂਡ ਰਿਐਕਸ਼ਨ। ਲੇਕਿਨ ਜਿਹੜੀ ਸਰਕਾਰ ਦਾ ਐਟੀਚਿਊਡ ਆ, ਉਹ ਦੂਜੇ ਪਾਸੇ ਉਲਟੇ, ਕਿ ਜਿਹੜਾ ਕੋਈ ਸਿੱਖ ਹੈ ਉਸ ਨੂੰ ਸਾਜ਼ਿਸ਼ਕਾਰ ਕਿਹਾ ਜਾ ਰਿਹਾ, ਕੌਨਸਪੀਰੇਟਰ ਕਿਹਾ ਜਾ ਰਿਹਾ ਕਿ ਉਸ ਨੇ ਕੌਨਸਪੀਰੇਸੀ ਕੀਤੀ ਹੈ। ਮੈਨੂੰ ਨਹੀਂ ਪਤਾ ਕਿਸ ਨੇ ਕੌਨਸਪੀਰੇਸੀ ਕੀਤੀ ਹੈ, ਅਤੇ ਉਸ ਨੂੰ ਮਤਲਬ ਸਿੱਧੇ ਤੌਰ ਦੇ ਉੱਤੇ ਮਤਲਬ ਜਿਹੜਾ ਸਿੰਗਲਾ ਹੈ, ਉਸ ਦੇ ਉੱਤੇ ਮਤਲਬ ਉਸ ਕਿਸਮ ਦੀ ਅਟੈਂਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਕਿਸਮ ਦੀ ਹੋਣੀ ਚਾਹੀਦੀ। ਮੇਰਾ ਆਪਣਾ ਖਿਆਲ ਆ ਵੀ ਜਿਹੜਾ ਇਸ ਕਿਸਮ ਦੇ ਚਾਰਜਿਸ ਸਿੱਖਾਂ ਦੇ ਉੱਤੇ ਲਾਏ ਜਾ ਰਹੇ ਆ ਕਿ ਉਹਨਾਂ ਨੇ ਕਾਲੀ ਦੇਵੀ ਦੇ ਮੰਦਿਰ ਦੇ ਉੱਤੇ ਅਟੈਕ ਕੀਤਾ, ਜਾਂ ਉਹਦੀ ਮਤਲਬ ਕਿਸੇ ਤਰੀਕੇ ਨਾਲ ਧਾਰਮਿਕ ਜਿਹੜੀ ਉਹਦੀ ਸਿਚੁਏਸ਼ਨ ਆ, ਉਸ ਨੂੰ ਕਿਸੇ ਤਰੀਕੇ ਨਾਲ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਬੇਬੁਨਿਆਦ ਆ। ਪੰਜਾਬ ਦੇ ਵਿੱਚ ਬਹੁਤ ਦੇਰ ਅਰਸਾ ਬਹੁਤ ਵੱਡੀ ਮਿਲੀਟੈਂਸੀ ਚੱਲਦੀ ਰਹੀ। ਕਿਸੇ ਵੀ ਇੱਕ ਮੰਦਿਰ ਨੂੰ, ਕਿਸੇ ਵੀ ਇੱਕ ਹਿੰਦੂ ਅਦਾਰੇ ਨੂੰ, ਕਿਸੇ ਵੀ ਇੱਕ ਹਿੰਦੂ ਸੰਸਥਾ ਨੂੰ ਕਿਸੇ ਵੀ ਢੰਗ ਦੇ ਨਾਲ ਕਿਸੇ ਜਗ੍ਹਾ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਔਰ ਇਹ ਇੰਟੈਂਸ਼ਨ ਉਹਨਾਂ ਦੀ ਨਹੀਂ ਸੀ, ਇਹ ਇੰਟੈਂਸ਼ਨ ਉਹਨਾਂ ਦੀ ਸੀ ਜਿਹੜਾ ਬੰਦਾ ਸਿੰਗਲਾ ਉੱਥੇ ਲੈ ਕੇ ਆਇਆ, ਔਰ ਉਸ ਨੇ ਉੱਥੇ ਲਿਜਾ ਕੇ ਪੱਥਰ ਇਕੱਠੇ ਕੀਤੇ ਹੋਏ ਸੀ ਮੰਦਿਰ ਦੇ ਉੱਤੇ, ਔਰ ਉੱਥੋਂ ਗੋਲੀ ਚੱਲੀ ਹੈ, ਹਰਟ ਹੋਇਆ ਇੱਕ ਸਿੱਖ, ਗੋਲੀ ਚੱਲੀ ਉੱਥੋਂ ਉਸ ਦੇ ਉੱਤੋਂ, ਔਰ ਸਿੱਧੇ ਤੌਰ 'ਤੇ ਕੈਮਰਿਆਂ ਦੇ ਵਿੱਚ ਉਹ ਚੀਜ਼ਾਂ ਤਸਵੀਰਾਂ ਕੈਪਚਰ ਹੋਈਆਂ। ਤੋ ਮੈਂ ਇਸੇ ਕਰਕੇ ਇਹੀ ਗੱਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਲਗਾਤਾਰ 1947 ਤੋਂ ਅੱਜ ਤੱਕ ਇਹੀ ਚੀਜ਼ ਚੱਲਦੀ ਆ ਰਹੀ ਹੈ। ਸਿੱਖ ਤਾਂ ਵਿਕਟਮ ਆ, ਔਰ ਸਿੱਖ ਅਕਿਊਜ਼ਡ ਵੀ ਹੈ, ਔਰ ਦੂਜੇ ਪਾਸੇ ਜਿਹੜਾ ਦੂਜਾ ਹੈ ਮੈਜੋਰਟੀ ਕਮਿਊਨਿਟੀ ਦੇ ਬੰਦੇ ਆ ਜਿਹੜੇ, ਉਹ ਮਤਲਬ ਨਾ ਤਾਂ ਵਿਕਟਮ ਆ, ਨਾ ਉਹ ਅਕਿਊਜ਼ਡ ਆ, ਉਹ ਤਾਂ ਆਪਣੀ ਮਤਲਬ ਲਿਬਰੇਸ਼ਨ ਦੇ ਲਈ ਇਸ ਮੁਲਕ ਦੀ ਔਨ ਦੀ ਨੇਮ ਆਫ ਨੈਸ਼ਨਲਿਜ਼ਮ ਦੇ ਉੱਤੇ ਉਹ ਮਤਲਬ ਜੋ ਵੀ ਮਾੜਾ ਮੋਟਾ ਜੋ ਵੀ ਕਰ ਰਹੇ ਉਸ ਨੂੰ ਕਰ ਰਹੇ, ਉਸ ਦੀ ਡਿਫੈਂਸ ਲੈ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਦੂਸ਼ਣਬਾਜ਼ੀ ਲਾ ਕੇ, ਸਿੱਖਾਂ ਦਾ ਇਮੇਜ ਡੈਮੇਜ ਕਰਕੇ, ਸਿੱਖਾਂ ਨੂੰ ਪਰਸਨਲੀ ਮਤਲਬ ਜੇਲ੍ਹਾਂ ਦੇ ਵਿੱਚ ਸਿੱਟ ਕੇ ਉਸ ਦਾ ਉਹ ਬੈਨੀਫਿਟ ਲੈ ਕੇ ਲੀਡਰਸ਼ਿਪ ਐਸਟੈਬਲਿਸ਼ ਕਰ ਰਹੇ। ਔਰ ਇਸ ਤਰੀਕੇ ਦੇ ਨਾਲ ਸਰਕਾਰ ਉਹਨਾਂ ਨੂੰ ਸਿਕਿਉਰਿਟੀ ਦਿੰਦੀ ਹੈ, ਸਰਕਾਰ ਉਹਨਾਂ ਨੂੰ ਜੀਪਾਂ, ਕਾਰਾਂ, ਪੈਟਰੋਲ, ਹੋਰ ਕਿਸਮ ਦੇ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦੀ, ਮੁਹੱਈਆ ਕਰਦੀ ਹੈ। ਤੋ ਇਸ ਕਰਕੇ ਇਸ ਕਿਸਮ ਦੀ ਮਿੱਥ, ਜਿਹੜੀ ਮਿੱਥ ਕੇਜਰੀਵਾਲ ਸਾਹਿਬ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਡਰੇ ਹੋਏ ਆ, ਉਹੀ ਚੀਜ਼ ਦੀ ਮਤਲਬ ਜਿਹੜੀ ਪ੍ਰੋਜੈਕਸ਼ਨ ਆ, ਉਸੇ ਚੀਜ਼ ਦੀ ਜਿਹੜੀ ਚੀਜ਼ ਨੂੰ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਲੋਕ
ਉਸ ਚੀਜ਼ ਨੂੰ ਲੈ ਕੇ ਪੰਜਾਬ ਦੀ ਜਿਹੜੀ ਜਿੰਨਾ ਸਿਸਟਮ ਆ ਉਸ ਤੋਂ ਵੱਧ ਫਾਇਦਾ ਉਠਾ ਕੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀਆਂ ਦੱਬਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਇਸ ਕਿਸਮ ਦੇ ਲੋਕ ਆ। ਇੱਕ ਮੰਡ ਆ ਜਿਹੜਾ ਸਿੱਖੀ ਸਰੂਪ ਦੇ ਵਿੱਚ ਆ, ਉਹ 24 ਘੰਟੇ ਸਿੱਖਾਂ ਨੂੰ ਗਾਲਾਂ ਕੱਢਦਾ। ਇਸੇ ਤਰੀਕੇ ਨਾਲ ਇਹ ਜਿਹੜੇ ਲੋਕ ਆ ਸ਼ਿਵ ਸੈਨਾ ਵਾਲੇ, ਇਹਨਾਂ ਦਾ ਵੀ ਉਸੇ ਕਿਸਮ ਦਾ ਬਿਹੇਵੀਅਰ ਆ। ਤੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਸਿੱਖ ਕਿੱਥੇ ਜਾ ਕੇ ਫਿਕਸਅਪ ਹੋਣ, ਕਿਸ ਤਰੀਕੇ ਨਾਲ ਸਿੱਖ ਇਸ ਚੀਜ਼ ਦਾ ਅਹਿਸਾਸ ਕਰਾਉਣ ਕਿ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਢੰਗ ਦੇ ਨਾਲ ਘੱਟ ਤੋਂ ਘੱਟ ਇਨਸਾਫ ਤਾਂ ਮਿਲੇ, ਘੱਟ ਤੋਂ ਘੱਟ ਇਨਸਾਫ ਮਿਲੇ ਤਾਂ ਕਿ ਉਹ ਇਸ ਖਿੱਤੇ ਦੇ ਵਿੱਚ ਜਿੱਥੇ ਥੋੜ੍ਹੀ ਜਿਹੀ ਉਹਨਾਂ ਦੀ ਮੈਜੋਰਟੀ ਹੈ ਪਰ ਮੌਜੂਦਾ ਜਿਹੜੀ ਸਰਕਾਰ ਹੈ ਉਸ ਦਾ ਜਿਹੜਾ ਮਤਲਬ ਬਿਹੇਵੀਅਰ ਹੈ ਡੇ 1 ਤੋਂ ਉਹ ਐਸਟੈਬਲਿਸ਼ ਹੋ ਚੁੱਕਿਆ ਕਿ ਉਹ ਸਿੱਖਾਂ ਦੇ ਕਿਸੇ ਵੀ ਪਹਿਲੂ ਤੋਂ ਹੱਕ ਦੇ ਵਿੱਚ ਨਹੀਂ ਔਰ ਸਿੱਖਾਂ ਨੂੰ ਡਿਮੋਰਲਾਈਜ਼ ਕਰ ਰਹੇ ਆ ਔਰ ਸਿੱਖਾਂ ਦਾ ਵੱਧ ਤੋਂ ਵੱਧ ਕਿਸੇ ਤਰੀਕੇ ਦੇ ਨਾਲ ਚਾਹੇ ਉਹਨਾਂ ਦਾ ਇਮੇਜ ਡੈਮੇਜ ਹੋ ਜਾਏ, ਚਾਹੇ ਉਹਨਾਂ ਦੇ ਰੈਪੂਟੇਸ਼ਨ ਖਰਾਬ ਹੋ ਜਾਏ ਔਰ ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾਵੇ ਔਰ ਉਹਨਾਂ ਨੂੰ ਪਰੇਸ਼ਾਨੀਆਂ ਦੇ ਵਿੱਚ ਪਾਇਆ ਜਾਵੇ। ਜੋ ਮੈਂ ਇੱਕ ਗੱਲ ਸ਼ੁਰੂ ਕੀਤੀ ਸੀ ਉਹ ਦੱਸ ਕੇ ਕਿ ਸਿੱਖ ਵਿਕਟਮ ਵੀ ਆ ਅਤੇ ਐਕਿਊਜ਼ਡ ਵੀ ਹੈ। ਸੋ ਸਾਡੀ ਸਿਚੁਏਸ਼ਨ ਅੱਜ ਦੀ ਸਥਿਤੀ ਦੇ ਵਿੱਚ ਬੈਟਰ ਹੋਣ ਦੀ ਬਜਾਏ ਵਰਸ ਹੋ ਰਹੀ ਆ, ਖਰਾਬ ਹੋ ਰਹੀ ਆ ਅੱਜ ਦੀ ਮੌਜੂਦਾ ਜਿਹੜੀ ਸਰਕਾਰ ਆ। ਕਿਉਂਕਿ ਅੱਜ ਦੀ ਸਰਕਾਰ ਦੀ ਜਿਹੜੀ ਵਾਗਡੋਰ ਆ ਉਹ ਭਗਵੰਤ ਮਾਨ ਦੇ ਹੱਥ ਵਿੱਚ ਨਹੀਂ, ਜਿਹੜਾ ਸਿਰਫ ਇੱਕ ਨਾਮੀ ਤੌਰ ਦੇ ਉੱਤੇ ਚੀਫ ਮਿਨਿਸਟਰ ਆ, ਉਸ ਦੀ ਵਾਗਡੋਰ ਦਿੱਲੀੋਂ ਚੱਲਦੀ ਹੈ। ਦਿੱਲੀ ਹੀ ਉਸ ਨੂੰ ਡਾਇਰੈਕਸ਼ਨ ਦੇ ਰਹੀ ਆ। ਦਿੱਲੀ ਹੀ ਜਿਹੜੀਆਂ ਵੱਡੀਆਂ ਇੰਪੋਰਟੈਂਟ ਅਪਾਇੰਟਮੈਂਟਸ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ, ਚਾਹੇ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ, ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ, ਸਾਰੀਆਂ ਦੇ ਸਾਰੀਆਂ ਅਪਾਇੰਟਮੈਂਟਾਂ ਦਿੱਲੀ ਤੋਂ ਕੀਤੀਆਂ ਜਾ ਰਹੀਆਂ ਔਰ ਖ਼ਾਸ ਤੌਰ ਦੇ ਉੱਤੇ ਉਹ ਬੰਦੇ ਅਪਾਇੰਟ ਕੀਤੇ ਜਾ ਰਹੇ ਆ ਜਿਨ੍ਹਾਂ ਦੀ ਐਸਟੈਬਲਿਸ਼ ਲੋਇਲਟੀ ਆ ਵਿਦ ਕੇਜਰੀਵਾਲ ਸਾਹਿਬ। ਤੋ ਇਹਨਾਂ ਸਿਚੁਏਸ਼ਨ ਦੇ ਵਿੱਚ ਬਾਵਜੂਦ ਇਸ ਗੱਲ ਦੇ ਕਿ ਸਿੱਖਾਂ ਨੇ ਐਡੇ ਮੈਸਿਵ ਸਕੇਲ 'ਤੇ ਵੋਟਾਂ ਪਾ ਕੇ ਆਮ ਪਾਰਟੀ ਨੂੰ ਇਸ ਕਿਸਮ ਦੀ ਮੈਜੋਰਟੀ ਦਿੱਤੀ ਆ, ਜਿਹੜੀ ਹਿੰਦੂਆਂ ਨੇ ਜਿਹੜੀ ਹਿੰਦੂਆਂ ਦੀ ਫਸਟ ਚੋਇਸ ਸੀ, ਈਵਨ ਪੰਜਾਬ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਬੀਜੇਪੀ ਸੀ, ਸੈਕੰਡ ਚੋਇਸ ਹੋ ਸਕਦੀ ਆਮ ਪਾਰਟੀ ਹੋਵੇ, ਪਰ ਸਿੱਖਾਂ ਦੀ ਫਸਟ ਚੋਇਸ ਜਿਹੜੀ ਸੀ ਉਹ ਆਮ ਪਾਰਟੀ ਸੀ। ਤੋ ਸਿੱਖ ਅੱਜ ਟੋਟਲੀ ਡਿਸਇਲੂਜ਼ਨਡ ਆ ਔਰ ਉਸ ਡਿਸਇਲੂਜ਼ਨ ਦੇ ਵਿੱਚੋਂ ਦੀ ਉਹ ਗੁਜ਼ਰ ਰਹੇ ਆ। ਉਹ ਇੱਕ ਡਿਸਇਲੂਜ਼ਨਮੈਂਟ ਸੀ ਕਾਂਗਰਸ ਦੀ, ਜਿਸ ਦੇ ਵਿੱਚ ਅਮਰਿੰਦਰ ਸਿੰਘ ਨੇ ਵੀ ਇਹੀ ਐਟੀਚਿਊਡ ਅਡਾਪਟ ਕੀਤਾ। ਦੇਖਣ ਨੂੰ ਭਾਵੇਂ ਉਹ ਕਾਂਗਰਸ ਦਾ ਨੋਮੀਨੀ ਸੀ ਪਰ ਅੰਦਰੂਨੀ ਤੌਰ 'ਤੇ ਉਹਦੀ ਵਾਗਡੋਰ ਸਿੱਧੀ ਤੌਰ 'ਤੇ ਬੀਜੇਪੀ ਦੇ ਨਾਲ ਸੀ, ਕਿਉਂਕਿ ਉਹਦੇ ਆਪਣੇ ਵੈਸਟਡ ਇੰਟਰਸਟ ਸੀ ਜਿਨ੍ਹਾਂ ਨੂੰ ਉਹ ਹਰ ਕੀਮਤ ਦੇ ਉੱਤੇ ਸੇਫਗਾਰਡ ਕਰਨਾ ਚਾਹੁੰਦਾ ਸੀ। ਇਸੇ ਤਰੀਕੇ ਨਾਲ ਚੰਨੀ ਤਾਂ ਆਇਆ ਫॉर ਥੋੜ੍ਹੀ ਜਿਹੀ ਦੇਰ ਲਈ, ਉਹ ਤਾਂ ਆਪਣਾ ਜੋ ਵੀ ਸੀ ਉਹਦਾ ਸਵਾਰਥ ਪੂਰਾ ਕਰਕੇ 100 ਕਿੰਨੇ ਦਿਨ ਪੂਰੇ ਕਰਕੇ ਚਲਿਆ ਗਿਆ। ਅੱਜ ਦੀ ਜਿਹੜੀ ਮੌਜੂਦਾ ਸਰਕਾਰ ਆ ਉਸ ਤੋਂ ਸਿੱਖਾਂ ਨੂੰ ਬਹੁਤ ਜ਼ਿਆਦਾ ਡਿਸਇਲੂਸ਼ਨਮੈਂਟ ਹੈ। ਔਰ ਜੋ ਮੈਂ ਇਸ ਦਾ ਸਿਰਲੇਖ ਜਿਹੜਾ ਅੱਜ ਦੀ ਜਿਹੜੀ ਮੇਰੀ ਇੰਟਰਵਿਊ ਹੈ ਉਸ ਦੇ ਸਿਰਲੇਖ ਦੇ ਵਿੱਚ ਕਿਹਾ ਸੀ ਕਿ ਸਿੱਖ ਵਿਕਟਮ ਵੀ ਆ ਅਤੇ ਐਕਿਊਜ਼ਡ ਵੀ ਆ। ਇਹ ਇੱਕ ਬੜੀ ਤਰਾਸਦੀ ਹੈ, ਇੱਕ ਬੜੀ ਟ੍ਰੈਜਡੀ ਹੈ ਔਰ ਇਸ ਟ੍ਰੈਜਡੀ ਦੇ ਵਿੱਚੋਂ ਨਿਕਲਣਾ ਹੁਣ ਸਿੱਖਾਂ ਲਈ ਬਹੁਤ ਮੁਸ਼ਕਿਲ ਲੱਗਦਾ ਹੈ। ਇਹ ਬੜੀ ਦੁੱਖ ਵਾਲੀ ਗੱਲ ਹੈ, ਦੁਖਾਂਤ ਹੈ ਇਸ ਦਾ। ਔਰ ਸਿੱਖ ਇਸ ਨੂੰ ਸਮਝ ਚੁੱਕੇ ਆ ਕਿ ਕੇਜਰੀਵਾਲ ਸਾਹਿਬ ਦੀ ਕੀ ਮਾਨਸਿਕਤਾ ਹੈ ਉਹਨਾਂ ਲਈ। ਤੋ ਇਸ ਦੇ ਵਿੱਚ ਕੋਈ ਹੁਣ ਲੁਕੋ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਜਿੰਨੇ ਉਹਨਾਂ ਨੇ ਕਾਰਨਾਮੇ ਕੀਤੇ, ਜੋ ਉਹਨਾਂ ਨੇ ਐਕਸ਼ਨ ਲਏ ਆ, ਉਹਨਾਂ ਦੇ ਸਿੱਧੇ ਤੌਰ 'ਤੇ ਸਪਸ਼ਟ ਤੌਰ ਦੇ ਉੱਤੇ ਦੱਸ ਦਿੱਤਾ ਕਿ ਉਹਨਾਂ ਦਾ ਕੀ ਐਟੀਚਿਊਡ ਹੈ ਟੂਵਰਡ ਸਿੱਖ ਕਮਿਊਨਿਟੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।